फरीदा शक्कर खंड निवात गुड़। फरीदा शक्कर खंड निवात गुड़। माखियों माझा दुध सभी वस्तु मिठियाँ। रब ना पूजना तुद बीड़ा बंद न सकियू। बंधन की बीला बीड़ा बंध न सकियो। बंधन की बीला पर सरवर जब उछल तब तरण दोहिला। हाथ न लाई कुसंबड़ जल जासी टोला। राव एक आपी न पतली सहकीरी बीला। दुधा थणी न आवई फिर हुई न मीला। कह फरीद सहेलियू सौ अलाइसी। हंस चल सी डूमना ए तना ढीरी थी सी। कह फरीद सहेलियू सह अलाइसी। हंस चल सी डूमना एह तन ढीरी थी सी। जपो जी सतनाम सदा सतनाम। परम सन्मानयोग ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਜੈ ਗੁਰਦੇਵ। ਧੰਨ ਗੁਰਦੇਵ ਜੈ ਸਤਿਗੁਰੂ ਰਵਿਦਾਸ ਜੀ। ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਭਾਗੀ ਹੋ। ਉਦਾਸੀ ਡੇਰਾ ਸੰਤ ਬਾਬਾ ਟਹਿਲਦਾਰ ਦੀ ਸਲੇਮ ਟਾਬਰੀ ਲੁਧਿਆਣਾ ਵਿਖੇ ਸਾਧੂ ਸੰਗ ਦੁਰਲਭ ਗੁਰਮੁਖ ਸੁਖ ਫਲ ਭਗਤ ਪਿਆਰੀ। ਸਤਿਗੁਰ ਦੀ ਨਿੱਘੀ ਗੂਦ ਦੇ ਵਿੱਚ ਸੱਜ ਕਰਕੇ ਸਾਧੂਆਂ ਦੀ ਸੰਗਤ ਜੋ ਸੁਖ ਫਲ ਦੇਣ ਵਾਲੀ ਹੈ ਅਤੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਕਰਦੀ ਏ। ਸੋ ਸਾਧ ਸੰਗਤ ਦੀ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਸਤਸੰਗ ਦੀਆਂ ਘੜੀਆਂ ਸਫਲ ਕਰਦੇ ਹੋਏ ਮਨੁੱਖਾ ਜੀਵਨ ਸਫਲ ਕਰ ਰਹੇ ਹੋ। ਧੰਨ ਭਾਗੀ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਫਰੀਦ ਜੀ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਸੂਹੀ ਅੰਦਰ ਅਤੀ ਪਾਵਨ ਪਵਿੱਤਰ ਅੰਗ 794 ਤੇ ਸੁਭਾਈਮਾਨ ਹੈ। ਸਾਧ ਸੰਗਤ ਜੀ ਸਤਿਗੁਰੂ ਫਰੀਦ ਜੀ ਮਹਾਰਾਜ ਜਿਨ੍ਹਾਂ ਨੇ ਮੁਲਤਾਨ ਦੀ ਧਰਤੀ ਪਿੰਡ ਖੇਤਵਾਲ
ਪਿਤਾ ਜਲਾਲਦੀਨ ਸੁਲੇਮਾਨ ਜੀ ਦੀ ਗ੍ਰਹਿ ਵਿਖੀ ਮਾਤਾ ਮਰੀਅਮ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ ਹੈ। ਗੁਰਦੀਪ ਮਾਤਾ, ਗੁਰਦੀਪ ਪਿਤਾ, ਗੁਰਦੀਪ ਸੁਆਮੀ ਪਰਮੇਸ਼ਰਾ। ਮਾਂ ਨੇ ਗੁਰੂ ਦੇ ਰੂਪ ਅੰਦਰ ਪ੍ਰਭੂ ਸਿਮਰਨ ਦੀ ਪ੍ਰਭੂ ਯਾਦ ਹਿਰਦੇ ਦੇ ਅੰਦਰ ਵਸਾਈ ਏ। ਮਾਂ ਗੁਰੂ ਦੀ ਕਿਰਪਾ ਸਦਕਾ ਸਾਹਿਬ ਦੀ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਦੀ ਖੁਸ਼ੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਫਰੀਦਾ ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਗੁੜ ਮਿੱਠਾ ਹੈ। ਸ਼ੱਕਰ ਖੰਡ ਨਿਵਾਤ ਗੁੜ, ਮਿਸ਼ਰੀ ਮਿੱਠੀ ਹੈ। ਮਾਖਿਓ ਮਾਝਾ ਦੁੱਧ, ਸ਼ਹਿਦ ਮਿੱਠਾ ਹੈ। ਸ਼ਹਿਦ ਤੋਂ ਪਿਆਰਾ ਮੱਝਾਂ ਗਾਈਆਂ ਦਾ ਦੁੱਧ ਹੈ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਪਰ ਮਾਂ ਜਿਸ ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦੀ ਮਿਹਰ ਸੰਗਤ ਪ੍ਰਾਪਤ ਹੋਈ, ਮਾਤਾ ਉਸ ਪਰਮੇਸ਼ਰ ਦੀ ਯਾਦ ਅੰਦਰ ਜਿਹੜਾ ਰਸ ਪ੍ਰਾਪਤ ਹੋਇਆ ਏ। ਸਭੇ ਬਸਤੂ ਮਿੱਠੀਆਂ ਰੱਬ ਨਾ ਭੋਜਨ ਤੁਧ। ਸਾਰੀਆਂ ਵਸਤੂਆਂ ਮਿੱਠੀਆਂ ਨੇ, ਸਾਰੇ ਪਦਾਰਥ ਮਿੱਠੇ ਨੇ, ਰਸ ਭਰਪੂਰ ਨੇ, ਪਰ ਪਰਮ ਪਿਤਾ ਪਰਮੇਸ਼ਰ ਦੀ ਨਾਮ ਸਿਮਰਨ ਦੀ ਰਸ ਬਰਾਬਰ ਨਹੀਂ ਪੁੱਜਦੇ ਹਨ। ਸਤਿਗੁਰੂ ਫਰੀਦ ਜੀ ਮਹਾਰਾਜ ਜੀ ਦੇ ਜਦੋਂ ਜੀਵਨ ਵੱਲ ਝਾਤ ਮਾਰਦੇ ਹਾਂ, ਜਿਨ੍ਹਾਂ ਨੇ ਵੱਡਾ ਸਮਾਂ ਪ੍ਰਭੂ ਪਰਮੇਸ਼ਰ ਪਰਮ ਪਿਤਾ ਪਰਮੇਸ਼ਰ ਦੀ ਯਾਦ ਦੇ ਅੰਦਰ, ਬੰਦਗੀ ਦੇ ਅੰਦਰ ਬਿਤਾਇਆ ਹੈ, ਤੇ ਸਾਹਿਬ ਦੀ ਇੱਕੋ ਮੰਗ ਹੈ, ਸੇਖ ਫਰੀਦ ਖੈਰ ਦੀਜੈ ਬੰਦਗੀ। ਸੇਖ ਫਰੀਦ ਖੈਰ ਦੀਜੈ ਬੰਦਗੀ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਸੇਖ ਫਰੀਦ ਖੈਰ ਦੀਜੈ ਬੰਦਗੀ। हे ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ, ਮੈਂ ਤੇਰੀ ਸ਼ਰਨ ਲਈ ਹੈ, ਤੇਰੀ ਪਨਾਹ ਲਈ ਹੈ, ਤੇਰੀ ਚਰਨਾਂ ਦੇ ਅੰਦਰ ਥਾਂ ਮਿਲੀ। ਤੂੰ ਸਾਡੇ ਅਵਗੁਣ ਬਖਸ਼ਣਹਾਰ ਹੈ। ਸਾਡੇ ਗੁਣਾਂ ਨੂੰ, ਸਾਨੂੰ ਤੂੰ ਗੁਣ ਬਖਸ਼ਦਾ ਏ, ਅਵਗੁਣਾਂ ਦਾ ਨਾਸ਼ ਕਰ ਦਿੰਦਾ ਏ। ਸਾਡੇ ਅਵਗੁਣਾਂ ਨੂੰ ਨਾ ਚਿਤਾਰਦਾ ਹੋਇਆ ਗੁਣਾਂ ਦੀ ਰਹਿਮਤ ਬਖਸ਼ ਕਰ ਦਿੰਦਾ ਏ, ਗੁਣਾਂ ਦੇ ਨਾਲ ਝੋਲੀ ਭਰ ਦਿੰਦਾ ਏ। ਇਸ ਲਈ ਖੈਰ ਸੇਖ ਫਰੀਦ ਖੈਰ ਦੀਜੈ ਬੰਦਗੀ। ਹੀ ਪਰਮ ਪਿਤਾ ਪਰਮੇਸ਼ਰ ਆਪਣੇ ਸੇਵਕ ਸੇਖ ਫਰੀਦ ਨੂੰ ਬੰਦਗੀ ਦੀ ਦਾਤ ਦੇਣਾ ਕਰੂ। ਤੁਹਾਡੇ ਦਰਵਾਜ਼ੇ ਤੇ ਦਰਵੇਸ਼ ਫਕੀਰ ਖੜਾ ਹੈ ਤੇ ਸਾਧ ਸੰਗਤ ਜੀ, ਸਾਹਿਬ ਸਤਿਗੁਰੂ ਫਰੀਦ ਜੀ ਮਹਾਰਾਜ ਜੋ ਅੱਜ ਜ਼ਿਲ੍ਹਾ ਫਰੀਦਕੋਟ ਦੀ ਧਰਤੀ ਹੈ, ਉੱਥੋਂ ਦਾ ਬਾਦਸ਼ਾਹ, ਜਿਹਨੇ ਜਦੋਂ ਸਤਿਗੁਰੂ ਫਰੀਦ ਜੀ ਮਹਾਰਾਜ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਰੱਬੀ ਮਹਿਮਾ ਇਲਾਹੀ ਬਚਨ ਸੁਣੇ ਨੇ, ਤੇ ਉਹਨਾਂ ਨੇ ਆਪਣੀ ਸਾਧ ਸੰਗਤ ਦੀ ਰਾਜ ਦਾ ਨਾਮ ਫਰੀਦਕੋਟ, ਤੇ ਅੱਡ ਅਨੇਕਾਂ ਸਥਾਨ ਗੋਦੜੀ ਸਾਹਿਬ, ਅਨੇਕਾਂ ਸਥਾਨ ਨੇ। 68 ਤੀਰਥ ਜਾਂ ਸਾਧ ਭਗਤ ਹੈ, ਤਹਿ ਬੈਕੁੰਠ ਜਾਂ ਨਾਮ ਉਚਰੈ। ਪੰਜਾਬ ਦੀ ਧਰਤੀ, ਜ਼ਿਲ੍ਹਾ ਹੁਸ਼ਿਆਰਪੁਰ, ਚੱਗਰਾਂ ਤੋਂ ਨੇੜੇ ਬੋਹਣ ਦੀ ਧਰਤੀ, ਬੋਹਣ ਪੱਟੀ ਦੀ ਧਰਤੀ ਤੇ ਸਤਿਗੁਰੂ ਫਰੀਦ ਜੀ ਵਿਰਾਜੇ ਨੇ। ਉੱਥੇ ਵੀ ਇਤਿਹਾਸਕ ਸਥਾਨ ਹੈ।
ਤੇ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਦਾਸ ਦਾ ਜਨਮ ਭੂਮੀ ਨਗਰ ਪਿੰਡ ਤੇਂਗ ਫਲੌਰ ਤੋਂ ਕਰੀਬ 3 ਕਿਲੋਮੀਟਰ ਦੂਰ, ਗੁਰਾਇਆਂ ਤੋਂ ਕਰੀਬ 8 ਕਿਲੋਮੀਟਰ ਦੂਰੀ ਨਗਰ ਤੇਂਗ ਹੈ, ਜਿੱਥੇ ਸਤਿਗੁਰੂ ਫਰੀਦ ਜੀ ਮਹਾਰਾਜ ਜ਼ਿੰਦਗੀ ਦਾ ਲੰਬਾ ਸਮਾਂ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ, ਬਾਣੀ ਦੀ ਨਾਲ ਜੋੜਿਆ ਈ। ਪਿੰਡ ਤੇਂਗ ਦੇ ਵਿੱਚ ਅੱਜ ਵੀ ਪਾਵਨ ਪਵਿੱਤਰ ਸਥਾਨ ਸੁਸ਼ੋਭਿਤ ਹੈ। ਲਾੜੀਆਂ ਸੰਗਤਾਂ ਵੱਲੋਂ ਬੜਾ ਸੁੰਦਰ ਪ੍ਰਬੰਧ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਕੀਤੇ ਗਏ ਹਨ। ਸਾਧ ਸੰਗਤ ਦੀ ਦਾਸਰਿਆਂ ਦਾ ਛੋਟੇ ਹੁੰਦਿਆਂ ਦਾ ਘਰ ਉੱਧਰ ਸੀ। ਅਸੀਂ ਉਸ ਸਥਾਨ 'ਤੇ ਖੇਡਦੇ ਰਹੇ। ਬਜ਼ੁਰਗਾਂ ਕੋਲੋਂ ਗਾਹੀ ਵਗਾਹੀ ਇਹ ਬਚਨ ਸੁਣੇ ਨੇ ਕਿ ਜਦੋਂ ਸਤਿਗੁਰੂ ਫਰੀਦ ਜੀ ਇਸ ਧਰਤੀ 'ਤੇ ਵਿਰਾਜਦੇ ਸਨ ਅਤੇ ਇੱਕ ਸਮੇਂ ਵਰਖਾ ਬਹੁਤ ਹੋਈ, ਸਤਲੁਜ ਦਰਿਆ ਵੀ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਲੰਘਦਾ ਏ। ਵਰਖਾ ਬਹੁਤ ਹੋਈ ਅਤੇ ਜਿਹੜੀ ਬਿਜਲੀ, ਆਕਾਸ਼ੀ ਬਿਜਲੀ ਪੈਂਦੀ, ਬੜਾ ਨੁਕਸਾਨ ਕਰਦੀ। ਅਤੇ ਸਾਡੇ ਪਿੰਡ ਤੇਂਗ 'ਤੇ ਬਜ਼ੁਰਗਾਂ ਦੀ ਜੋ ਬਚਨ ਸੁਣੇ ਨੇ, ਆਖਦੇ ਨੇ ਬਿਜਲੀ ਪਈ ਅਤੇ ਬਾਬਾ ਫਰੀਦ ਰੱਬੀ ਬੰਦਗੀ ਵਿੱਚ ਜੁੜੇ ਹੋਏ ਸਨ। ਐਸੀ ਹਿਰਦੇ ਦੀ ਉਹਨਾਂ ਦੀ ਆਪਣੀ ਬੇਦਨ ਏ, ਬੈਰਾਗ ਏ, ਉਹਨਾਂ ਨੇ ਲੰਬੀ ਬਾਂਹ ਫੜ ਕੇ ਕਰਕੇ ਉਸ ਕੜਕਤੀ ਆਕਾਸ਼ੀ ਬਿਜਲੀ ਨੂੰ, ਜਿਵੇਂ ਬਜ਼ੁਰਗ ਦੱਸਦੇ ਨੇ ਕਿ ਥੱਲੇ ਲਾਇਆ ਧਰਤੀ 'ਤੇ, ਅਤੇ ਉਹਨੇ ਇੱਕ ਕੁੱਜੇ ਦੇ ਵਿੱਚ ਬੰਦ ਕਰਕੇ ਖੂਹ ਦੇ ਵਿੱਚ ਲਟਕਾ ਦਿੱਤਾ ਅਤੇ ਉਹਦੇ ਕੋਲੋਂ ਬਚਨ ਲਿਆ ਕਿ ਜਿੱਥੇ ਬਾਬਾ ਸ਼ੇਖ ਫਰੀਦ ਸਕਰ ਗੰਢ ਆਖਿਆ ਜਾਵੇ ਉੱਥੇ ਉਹ ਆਪਣਾ ਪ੍ਰਭਾਵ ਨਹੀਂ ਡਾਲੇਗੀ। ਉਹ ਖੂਹ ਅੱਜ ਵੀ ਪਿੰਡ ਤੇਂਗ ਦੇ ਅੰਦਰ ਸਤਿਗੁਰੂ ਸ਼ੇਖ ਫਰੀਦ ਜੀ ਦੀ ਪਾਵਨ ਪਵਿੱਤਰ ਸਥਾਨ 'ਤੇ ਸੁਭਾਇਮਾਨ ਹੈ। ਸਮੇਂ ਅਨੁਸਾਰ ਸੰਗਤਾਂ ਸਤਿਗੁਰੂ ਦੀ ਚਰਨਾਂ ਵਿੱਚ ਜੁੜ ਕੇ ਅੱਜ ਤੱਕ ਲਾਹੇ ਪ੍ਰਾਪਤ ਕਰਦੀਆਂ ਨੇ। ਅਤੇ ਅੱਜ ਜੋ ਸਾਹਿਬ ਦੇ ਰਸਨਾ ਤੋਂ ਉਚਾਰਨ ਕੀਤਾ ਗਿਆ ਸ਼ਬਦ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਸਤਿਗੁਰੂ ਫਰੀਦ ਜੀ ਇਉਂ ਜਾਪਦਾ ਹੈ ਜਿਵੇਂ ਪਿੰਡ ਤੇਂਗ ਨਗਰ ਤੇਂਗ ਦੀ ਧਰਤੀ 'ਤੇ ਲਾਡਲੀਆਂ ਸੰਗਤਾਂ ਨੂੰ ਸਾਧੂ ਸੰਗ ਦੁਰਲੱਭ, ਗੁਰਮੁਖ ਸੁਖ ਫਲ ਭਗਤ ਪਿਆਰੀ, ਸਾਧੂਆਂ ਦੀ ਸੰਗਤ ਸੁਖ ਫਲ ਬਖਸ਼ਦੀ ਏ ਅਤੇ ਪ੍ਰੇਮਾ ਭਗਤੀ ਪੈਦਾ ਕਰਦੀ ਹੈ। ਅਤੇ ਸਤਿਗੁਰ ਦੀ ਸੰਗਤ ਦੇ ਅੰਦਰ ਅਨੇਕਾਂ ਸੰਗਤਾਂ ਜੁੜਦੀਆਂ ਨੇ, ਬੇਅੰਤ ਸੰਗਤਾਂ ਜੁੜਦੀਆਂ ਨੇ। ਅਤੇ ਸਾਧ ਸੰਗਤ ਜੀ, ਸਤਲੁਜ ਦਰਿਆ ਵੀ ਕੋਈ ਕਰੀਬ 7 ਕਿਲੋਮੀਟਰ ਦੂਰੀ ਤੱਕ ਵਗਦਾ ਹੈ, 5-7 ਕਿਲੋਮੀਟਰ ਦੂਰੀ ਤੱਕ। ਪਿੰਡ ਤੇਂਗ ਤੋਂ ਨਗਰ ਕੰਡਿਆਣਾ ਝੰਡੀ ਪੀਰ ਦਰਬਾਰ ਸਤਲੁਜ ਦਰਿਆ 'ਤੇ ਕੰਢੇ 'ਤੇ ਹੈ, ਜਿੱਥੇ ਅਕਸਰ ਸੰਗਤਾਂ ਅੱਜ ਵੀ ਜਦੋਂ ਦੇਖਦੇ ਹਾਂ ਸੰਗਤਾਂ ਸਾਧ ਸੰਗਤ ਦੀ 2 ਲੱਕੜੀਆਂ ਨੂੰ ਬੰਨ੍ਹ ਕੇ ਫੁੱਲ ਬੂਟੇ ਲਾ ਕਰਕੇ ਬੇੜਾ ਤਾਰਦੇ ਨੇ, ਉਹਨੂੰ ਬੇੜਾ ਆਖਦੇ ਨੇ। ਅਤੇ ਸਤਿਗੁਰੂ ਫਰੀਦ ਜੀ ਦੇ ਸਮੇਂ ਵੀ ਇਹ ਰੀਤ ਪ੍ਰਚਲਿਤ ਹੋ ਸਕਦਾ ਹੋਵੇਗੀ। ਅਤੇ ਸਤਿਗੁਰੂ ਫਰੀਦ ਜੀ ਮਹਾਰਾਜ ਜੀ ਦੀ ਸੰਗਤ ਅੰਦਰ ਜਿੱਥੇ ਸੰਗਤਾਂ ਬਾਣੀ ਦਾ ਆਨੰਦ ਲੈਂਦੀਆਂ ਨੇ, ਉੱਥੇ ਸਾਧ ਸੰਗਤ ਦੀ ਗੁਰਮੁਖ ਅਤੇ ਮਨਮੁਖ ਵਿੱਚੇ ਹੋਇਆ ਕਰਦੇ ਨੇ। ਅਤੇ ਸਾਧ ਸੰਗਤ ਦੀ ਸਤਿਗੁਰੂ ਦੀ ਵੱਡੀ ਸੰਗਤ ਅਤੇ ਪਿਆਰੀਆਂ ਸੰਗਤਾਂ ਨੇ। ਇੱਕ ਪਿਆਰਾ ਹੈ ਜਿਹਨੂੰ ਪਰਮੇਸ਼ਰ ਦੀ ਮਿਹਰ, ਜਿਵੇਂ ਅਸੀਂ ਅੱਜ ਦੇਖਦੇ ਹਾਂ, ਸੋਹਣਾ ਮਹਿਲ ਹੋਵੇ, ਰਹਿਣ ਵਾਸਤੇ ਘਰ-ਬਾਰ ਸੋਹਣਾ ਹੋਵੇ, ਪਦਾਰਥਾਂ ਦੀ ਬਹੁਤਾਤ ਹੋਵੇ, ਮਾਇਆ ਧਾਰੀ ਹੋਵੇ, ਕਾਰੋਬਾਰ ਚੰਗਾ ਸੋਹਣਾ ਹੋਵੇ, ਅਸੀਂ ਕਹਿੰਦੇ ਹਾਂ ਇਹ 'ਤੇ ਬੜੀ ਕਿਰਪਾ ਹੈ। ਇਸੇ ਤਰ੍ਹਾਂ ਇੱਕ ਪੁਰਸ਼ ਸਤਿਗੁਰਾਂ ਦੀ ਸੰਗਤ ਦੇ ਅੰਦਰ ਸੰਗਤ ਵੀ ਕਰਦਾ ਏ ਅਤੇ ਮਾਇਆ ਕਰਕੇ, ਜਾਇਦਾਦ ਕਰਕੇ, ਮਾਲ ਡੰਗਰ ਕਰਕੇ
ਬਹੁਤਾਤ ਹੈ, ਮਾਣ ਵੀ ਹੈ। ਜਿਵੇਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਚਨ ਨੇ, ਮਾਲਕ ਹੈ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਸਤਿਗੁਰਾਂ ਦੀ ਸੰਗਤ ਵੀ ਕਰਦੇ ਨੇ, ਪਰ ਹਉਮੈ ਵੀ ਹੈ, ਮਾਲਕ ਹੈ ਮਾਣੈ, ਮੱਝਾਂ ਗਾਈਆਂ ਰੁਤਬੇ ਉੱਚੇ ਦਾ ਮਾਣ, ਪਦਾਰਥਾਂ ਦਾ ਮਾਣ। ਰੂਪ ਕੀ ਸੋਭਾ, ਰੂਪ ਬੜਾ ਸੋਹਣਾ ਏ, ਸਰੀਰ ਸਡੋਲ ਏ, ਜਵਾਨ ਏ, ਜਵਾਨੀ ਦਾ ਬਾਲ, ਤਾਕਤ ਥੰਮਿਆਂ ਥੰਮੀ ਨਹੀਂ ਜਾਂਦੀ। ਜਿਵੇਂ ਅੱਜ ਦਿਖਦੇ ਹਾਂ, ਅੱਜ ਤੇ ਪੂਰਾ ਵਿਸ਼ਵ ਨਸ਼ਿਆਂ ਦੇ ਅੰਦਰ ਗ੍ਰਸਤ ਹੋਇਆ। ਅੱਜ ਜਵਾਨੀ ਜਿਹੜੀ ਏ ਨਸ਼ਿਆਂ ਦੇ ਵਿੱਚ ਗ੍ਰਸਤ ਹੋਈ। ਸਾਧ ਸੰਗਤ ਦੀ ਆਪਾਂ ਦੇ ਨਿੱਤ ਤੀਏ ਦਿਨ ਝੂਠੀ ਸ਼ੌਹਰ ਦੇ ਅੰਦਰ ਕਤਲ ਹੁੰਦੇ ਨੇ, ਧੀਆਂ ਭੈਣਾਂ ਸੇਫ ਨਹੀਂ ਹਨ। ਤੇ ਸਾਧ ਸੰਗਤ ਦੀ ਅੱਜ ਸਤਿਗੁਰੂ ਸ਼ੇਖ ਫਰੀਦ ਦੀ ਮਹਾਰਾਜ ਜੀ ਦੀ ਚਰਨਾਂ ਦੇ ਅੰਦਰ ਉਹ ਜਿਹੜਾ ਮਾਇਆਧਾਰੀ ਸ਼ਰਧਾਲੂ ਹੈ, ਸੰਗਤ ਵੀ ਕਰਦਾ ਹੈ। ਪਰ ਇੱਕ ਦਿਨ ਕੀ ਹੋਇਆ, ਸੰਗਤਾਂ ਨੂੰ ਨਾਲ ਲੈ ਕੇ ਇੱਕ ਬੇੜਾ ਬਣਾ ਕੇ ਉਹ ਸਤਲੁਜ 'ਤੇ ਤਾਰਦਾ ਵੀ। ਅਤੇ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਇਹ ਤੁਹਾਡਾ ਚਰਨਾਂ ਦਾ ਸਤਸੰਗੀ ਹੈ, ਇਹਦੇ ਕੋਲ ਮਾਇਆ ਵੀ ਬਹੁਤ ਹੈ, ਜਾਇਦਾਦ ਵੀ ਬਹੁਤ ਹੈ, ਪਦਾਰਥ ਵੀ ਬਹੁਤ ਨੇ, ਸਰੀਰ ਵੀ ਬੜਾ ਤਕੜਾ ਏ, ਬਲਸ਼ਾਲੀ। ਇਹ ਆਪਣੇ ਹਉਮੈ ਦੇ ਅੰਦਰ ਕਈ ਵਾਰੀ ਬੰਦੇ ਨੂੰ ਬੰਦਾ ਨਹੀਂ ਸਮਝਦਾ। ਅਤੇ ਸਤਿਗੁਰੂ ਫਰੀਦ ਜੀ ਉਹਨਾਂ ਨੂੰ ਵੀ ਉਹਨੇ ਇੱਕ ਵਾਰੀ ਬੇੜਾ ਤਾਰਨ 'ਤੇ ਜਦੋਂ ਬੁਲਾਇਆ, ਅਤੇ ਸਾਧ ਸੰਗਤ ਜੀ ਸਤਿਗੁਰੂ ਫਰੀਦ ਜੀ ਸਾਨੂੰ ਜੀਵਾਂ ਨੂੰ ਸਮਝਾਉਣ ਲਈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਮਹਾਨ ਉਪਦੇਸ਼ ਗਿਆਨ ਸੰਦੇਸ਼, ਗਿਆਨ ਦਾ ਸੋਮਾ ਅੰਮ੍ਰਿਤ ਦਾ ਚਸ਼ਮਾ ਬਾਣੀ ਦੇ ਰੂਪ ਅੰਦਰ ਜੋ ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕਰਦਾ ਏ, ਪਾਤਸ਼ਾਹ ਬਚਨ ਕਰਦੇ ਨੇ। ਪਾਤਸ਼ਾਹ ਨੇ ਜਦੋਂ ਦੇਖਿਆ ਉਹ ਪਿਆਰਾ ਨਾ ਬੇੜਾ ਤਿਆਰ ਕਰ ਰਿਹਾ ਏ, ਫੁੱਲ ਸਜਾਏ ਨੇ, ਵਿੱਚ ਦੀਵਾ ਰੱਖਿਆ ਏ, ਅਤੇ ਉਹਨੂੰ ਤਾਰਨ ਲਈ ਤਿਆਰੀ ਕਰਦੇ ਨੇ। ਅਤੇ ਸਾਧ ਸੰਗਤ ਜੀ ਸਾਰਾ ਸਮਾਗਮ ਦੇਖਿਆ ਸਤਿਗੁਰੂ ਫਰੀਦ ਜੀ ਨੇ। ਜਦੋਂ ਦੂਸਰੇ ਦਿਨ ਸੰਗਤਾਂ ਸਤਿਗੁਰੂ ਦੀ ਸੰਗਤ ਦੇ ਅੰਦਰ ਬਿਰਾਜਮਾਨ ਹੋਈਆਂ, ਅਤੇ ਸਤਿਗੁਰੂ ਦੇ ਹਿਰਦੇ ਅੰਦਰੋਂ ਬਾਣੀ ਦੇ ਬੋਲ ਪ੍ਰਗਟ ਹੁੰਦੇ ਨੇ। ਸਹਿ ਬਚਨ ਕਰਦੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬਿਲਾ, ਭਰ ਸਰਵਰ ਜਾਵੇ ਉਛਲੈ ਤਬ ਤਰਨ ਦੋਹਿਲਾ, ਹੱਥ ਨ ਲਾਏ ਕੁਸੰਬੜੈ ਜਲ ਜਾਸੇ ਢੋਲਾ। ਰਹਾਉ ਪਾਤਸ਼ਾਹ ਫਰਮਾਉਂਦੇ ਨੇ, ਹੀ ਪੁਰਸ਼ਾ, ਹੀ ਸਤਸੰਗੀ ਗੁਰਮੁਖ ਜਨੋ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਇਹ ਮਨੁੱਖਾ ਜੀਵਨ ਪ੍ਰਾਪਤ ਹੋਣਾ ਬੜਾ ਦੁਰਲੱਭ ਏ। ਇਹ ਤੇ ਸਤਿਗੁਰਾਂ ਦੀ ਸੰਗਤ ਵਿੱਚੋਂ ਬਾਣੀ ਦਾ, ਸ਼ੁਭ ਗੁਣਾਂ ਦਾ, ਸ਼ੁਭ ਕਰਮਾਂ ਦਾ ਖਜ਼ਾਨਾ ਪ੍ਰਾਪਤ ਕਰਨ ਲਈ ਇਸ ਤਨ ਰੂਪੀ ਬੇੜੇ ਨੂੰ ਸੰਸਾਰ ਸਮੁੰਦਰ ਵਿੱਚੋਂ ਤਾਰਨ ਲਈ ਪਰਮੇਸ਼ਰ ਨੇ ਆਪਾਂ ਨੂੰ ਇਸ ਤਰਨ ਵਾਸਤੇ ਸ਼ੁਭ ਮਨ ਦਿੱਤਾ ਏ, ਗਿਆਨ ਦਿੱਤਾ ਏ, ਸੋਚ ਦਿੱਤੀ ਏ, ਬੁੱਧ ਦਿੱਤੀ ਏ, ਅਕਲ ਦਿੱਤੀ ਏ, ਜਿਸ ਨੂੰ ਪਾ ਸਕੇ ਮੱਤ ਵਿੱਚ ਰਤਨ ਜਵਾਹਰ ਮਾਣਕੂ ਦੀ ਇੱਕ ਗੁਰ ਕੀ ਸਿੱਖ ਸੁਣੀ। ਮੱਤ ਵਿੱਚ ਸਭ ਕੁਝ ਪਿਆ ਏ, ਪਰ ਰੋਸ਼ਨੀ ਉਦੋਂ ਹੁੰਦੀ ਹੈ ਜਦੋਂ ਦੀਪਕ ਜਲਾਇਆ ਜਾਂਦਾ। ਇਸੇ ਤਰ੍ਹਾਂ ਗਿਆਨ ਉਦੋਂ ਹੁੰਦਾ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜ ਕਰਕੇ ਅਸੀਂ ਉਸ ਗਿਆਨ ਨੂੰ ਪ੍ਰਚੰਡ ਕਰ ਲੈਂਦੇ ਹਾਂ। ਭਾਵ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਹਿਲਾਂ ਗੁਰੂ ਮਾਤਾ, ਵਿਦਿਆ ਗੁਰੂ, ਅਧਿਆਤਮਕ ਗੁਰੂ, ਕਿਰਤ ਗੁਰੂ ਕੋਲੋਂ ਗਿਆਨ ਲਿਆਏ, ਫਿਰ ਉਸੇ ਅਨੁਸਾਰ ਕਰਮ ਕਮਾਏ ਨੇ, ਫੇਰ ਫਲ ਮਿਲਦਾ ਹੈ। ਇਸ ਲਈ ਸਤਿਗੁਰੂ ਫਰੀਦ ਜੀ ਬਚਨ ਕਰਦੇ ਨੇ, ਬੇੜਾ ਬੰਧ ਨਾ ਸਕਿਉ ਬੰਧਨ ਕੀ ਬੇਲਾ। ਇਹ ਜੀਵਨ ਜਿਹੜਾ ਮਿਲਿਆ ਏ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਤਿੰਨ ਅਵਸਥਾ ਨੇ ਜੀਵਨ ਦੇ ਅੰਦਰ, ਅਤੇ ਤਿੰਨੋਂ ਅਵਸਥਾ ਦੇ ਅੰਦਰ ਰੱਬ ਦੀ, ਪ੍ਰਭੂ ਦੀ, ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਏ। ਪਰ ਇਹ ਜੀਵ, ਇਹ ਪੁਰਸ਼ਾ ਤੇ ਬਚਪਨ ਖੇਡ ਵਿੱਚ ਗਵਾ ਦਿੱਤਾ ਏ। ਜਵਾਨੀ
ਵਿਕਾਰਾਂ ਵਿੱਚ ਦੁਨੀਆ ਦੇ ਕਾਮ ਰਸ ਅੰਦਰ, ਪਦਾਰਥਾਂ ਦੇ ਰਸ ਅੰਦਰ ਤਬਾਹ ਕਰ ਲਈਏ। ਤੇ ਪਾਤਸ਼ਾਹ ਕਹਿੰਦੇ ਬੇਲਾ ਸੀ ਇਸ ਸਰੀਰ ਰੂਪੀ ਬੇੜੇ ਨੂੰ ਬੰਨਣ ਦਾ, ਸਿਮਰਨ ਸਦਕਾ, ਸੇਵਾ ਸਦਕਾ ਇਸ ਤਨ ਰੂਪੀ ਬੇੜੇ ਨੂੰ ਸ਼ਿੰਗਾਰਨ ਦਾ, ਕਿ ਸੰਸਾਰ ਰੂਪੀ ਸਮੁੰਦਰ ਦੇ ਅੰਦਰ ਤੂੰ ਤਰ ਜਾਂਦਾ। ਤੇ ਤਰਨ ਲਈ ਤਰਨਾ ਇਹ ਸੰਸਾਰ ਤਰਨ ਲਈ ਇਹ ਮਨੁੱਖੀ ਬੇੜਾ ਪਰਮੇਸ਼ਰ ਨੇ ਬਖਸ਼ਿਆ ਸੀ। ਇਹਦੇ ਵਿੱਚ ਸ਼ੁਭ ਗੁਣਾਂ ਦੀ, ਬਾਣੀ ਦੀ, ਸਤ ਸੰਤੋਖ, ਧਰਮ, ਧੀਰਜ, ਵੈਰਾਗ ਫੁੱਲ ਸਜਾਉਣੇ ਸੀ। ਪਰ ਇਹਦੇ ਵਿੱਚ ਤੁਸੀਂ ਭੈੜੀ ਪਦਾਰਥਾਂ ਦਾ ਰਸ, ਕਾਮ ਰਸ, ਦੁਨੀਆ ਦੀ ਬੇਈਮਾਨੀ, ਦਵੈਤ ਦਾ ਰਸ ਭਰ ਲਿਆ ਈ, ਖੋਟ ਭਰ ਲਿਆ ਈ, ਕੰਕਰ ਭਰ ਲੈਣੇ, ਇੱਟਾਂ ਪੱਥਰ ਭਰ ਲੈਣੇ। ਹੁਣ ਤੇ ਇਹ ਬੇੜਾ ਡੁੱਬਦਾ ਜਾ ਰਿਹਾ ਹੈ। ਜਿਹਦੇ ਵਿੱਚ ਸ਼ੁਭ ਗੁਣਾਂ ਰੂਪੀ, ਸ਼ੁਭ ਕਰਮਾਂ ਰੂਪੀ ਫਲ ਸਜਾਉਣੇ ਸੀ, ਉਹਦੇ ਵਿੱਚ ਤੁਸੀਂ ਵਿਕਾਰਾਂ ਦੀ, ਝੂਠੇ ਰਸਾਂ ਕਸਾਂ ਦੀ, ਕਾਮ ਦੀ, ਕ੍ਰੋਧ ਦੀ, ਉਹ ਜਿਹੜੀਆਂ ਚਾਰ ਅੱਗਾਂ, ਹਿੰਸਾ, ਲੋਭ, ਕੂਪ, ਚਾਰੇ ਨਦੀਆਂ ਅੱਗ, ਸਰੀਰ ਦੇ ਅੰਦਰ ਚਾਰ ਨਦੀਆਂ ਅੱਗ ਦੀਆਂ ਵਗਦੀਆਂ ਨੇ, ਤ੍ਰਿਸ਼ਨਾ ਰੂਪੀ ਅੱਗ ਵਗਦੀ ਏ। ਉਹਨੂੰ ਤੇ ਪਰਮੇਸ਼ਰ ਦੇ ਸਿਮਰਨ ਨਾਲ, ਸਤਿਗੁਰ ਦੇ ਸ਼ਬਦ ਨਾਲ ਸ਼ਾਂਤ ਕਰਨਾ ਸੀ। ਪਰ ਪਵੈ ਦੱਜੈ ਨਾਨਕਾ ਤਰੀਏ ਕਰਮੀ ਲੱਗ, ਪੈ ਗਿਆ ਅਗਨੀ ਦੇ ਅੰਦਰ ਤੇ ਸੜਦਾ ਜਾ ਰਿਹਾ ਹੈ। ਇਸ ਲਈ ਪਾਤਸ਼ਾਹ ਧੰਨ ਸਤਿਗੁਰੂ ਸੇਖ ਫਰੀਦ ਜੀ ਬਚਨ ਕਰਦੇ ਨੇ, ਬੇੜਾ ਬੰਦ ਨ ਸਕਿਉ ਬੰਧਨ ਕੀ ਬੇਲਾ। ਇਹ ਮਨੁੱਖਾ ਜਨਮ ਬੇਲਾ ਹੈ, ਸੰਭਾਲਣ ਦਾ, ਤਨ ਰੂਪੀ ਬੇੜੇ ਨੂੰ ਬੰਨਣ ਦਾ, ਸੋਹਣੇ ਫੁੱਲ, ਸ਼ੁਭ ਕਰਮਾਂ ਦੇ ਫੁੱਲ, ਸੇਵਾ ਸਿਮਰਨ ਦੇ ਫੁੱਲ ਸਜਾਉਣ ਦਾ। ਫਿਰ ਇਹ ਬੇੜਾ ਸੰਸਾਰ ਸਮੁੰਦਰ ਵਿੱਚ ਤਰਨਾ ਹੈ। ਬੇੜਾ ਬੰਦ ਨਾ ਸਕੇ ਉਹ ਬੰਧਨ ਕੀ ਬੇਲਾ। ਪਾਤਸ਼ਾਹ ਕਹਿੰਦੇ ਬਚਪਨ ਦਾ ਬੇਲਾ ਸੀ, ਜਵਾਨੀ ਦਾ ਬੇਲਾ ਸੀ, ਤੇ ਹੁਣ ਸਰੀਰ ਬਿਰਧ ਹੋ ਗਿਆ ਏ, ਸਵਾਸ ਘਟ ਗਏ ਨੇ, ਤੇ ਸਰੀਰ ਆਪਣਾ ਭਾਰ ਨਹੀਂ ਚੁੱਕਦਾ, ਤੇ ਸਿਮਰਨ ਬੰਦਗੀ ਕਿਵੇਂ ਹੋਵੇਗੀ, ਸੇਵਾ ਕਿਵੇਂ ਹੋਵੇਗੀ। ਹੁਣ ਤੇ ਬੇੜਾ ਡੋਲਦਾ ਏ, ਬੇੜੀ ਪਾਪ ਭਰੀ ਡੋਲਤ ਡੋਲਦੀ। ਬੇੜਾ ਬੰਦ ਨ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ। ਜਦੋਂ ਸਮੁੰਦਰ ਦੇ ਅੰਦਰ ਤੂਫਾਨ ਆਉਂਦਾ ਏ, ਹਨੇਰੀ ਆਉਂਦੀ ਏ, ਤੇ ਬੇੜਾ ਡੱਕੇ ਡੋਲਾ ਖਾਂਦਾ ਏ, ਡੁੱਬ ਜਾਂਦਾ ਏ। ਇਸੇ ਤਰ੍ਹਾਂ ਇਸ ਤਨ ਰੂਪੀ ਬੇੜੇ ਦੇ ਅੰਦਰ ਅਨੇਕਾਂ ਸੰਕਟ ਆਉਂਦੇ ਨੇ, ਉਤਰਾ ਚੜਾ ਆਉਂਦੇ ਨੇ। ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਆਪਣਾ ਪ੍ਰਭਾਵ ਡਾਲਦੇ ਨੇ, ਤੂਫਾਨ ਉਠਾਉਂਦੇ ਨੇ ਸਰੀਰ ਦੇ ਅੰਦਰ। ਪਰ ਪਾਤਸ਼ਾਹ ਕਹਿੰਦੇ ਸਤਿਗੁਰ ਦੀ, ਮਾਤਾ ਪਿਤਾ ਦੀ, ਵਿਦਿਆ ਗੁਰੂ ਦੀ, ਕਿਰਤ ਗੁਰੂ ਦੀ ਦਿੱਤਿਆ ਸਿੱਖਿਆ ਦੇ ਨਾਲ ਇਸ ਸੰਸਾਰ ਦੇ ਅੰਦਰ ਸ਼ੁਭ ਕਰਮ ਕਮਾ ਕੇ, ਵਿਕਾਰਾਂ ਤੋਂ ਬਚ ਕੇ, ਨਸ਼ਿਆਂ ਤੋਂ ਬਚ ਕੇ, ਭੈੜੀ ਮੱਤ ਤੋਂ ਬਚ ਕੇ, ਬੇਈਮਾਨੀ, ਚੁਗਲੀ, ਈਰਖਾ, ਬਖੇਲੀ, ਦਵੈਤ ਤੋਂ ਬਚ ਕੇ ਇਸ ਬੇੜੇ ਨੂੰ ਪਾਤਸ਼ਾਹ ਕਹਿੰਦੇ ਪਾਰ ਲਗਾਉਣਾ ਸੀ। ਪਰ ਹੱਥ ਨਾ ਲਾਈ ਕੋ ਸੰਭੜੈ, ਜਲ ਜਾਸੀ ਢੂਲਾ। ਅੱਗ ਨੂੰ ਹੱਥ ਲਾਵੇਂਗਾ ਸੜ ਜਾਏਗਾ। ਤ੍ਰਿਸ਼ਨਾ ਰੂਪੀ ਅੱਗ ਅੰਦਰ ਵਗਦੀ ਪਈ ਏ। ਮਨ ਦੀਆਂ ਭੁੱਖਾਂ, ਜਦੋਂ ਜਨਮ ਸੀ ਇੱਕੋ ਦੁੱਧ ਸੀ, ਭੁੱਖ ਸੀ, ਮਾਤਾ ਦੇ ਦੁੱਧ ਸੀ। ਜਦੋਂ ਦੁੱਧ ਮਿਲਦਾ ਸੀ ਬੱਚਾ ਚੁੱਪ ਕਰ ਜਾਂਦਾ ਸੀ, ਪਰ ਜਦੋਂ ਬਾਲ ਜਵਾਨੀ ਬਿਰਧ ਅਵਸਥਾ ਬੀਤੀ ਜਾਣ ਲੱਗਿਆ ਪਤਾ ਨਹੀਂ ਲੱਗਿਆ ਭੁੱਖਿਆ, ਭੁੱਖ ਨਾ ਉਤਰੀ। ਇੰਨੀਆਂ ਭੁੱਖਾਂ ਹੋ ਗਈਆਂ ਗਿਣੀਆਂ ਨਹੀਂ ਜਾਂਦੀਆਂ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬੇੜਾ ਬੰਦ ਨਾ ਸਕਿਉ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੋਹੀਲਾ। ਜਦ ਬੇੜੇ ਦੇ ਅੰਦਰ ਈਰਖਾ, ਬਖੇਲੀ, ਚੁਗਲੀ, ਨਿੰਦਿਆ, ਖੋਟੇ ਕਰਮਾਂ ਦੇ ਪੱਥਰ ਰੱਖੇ ਨੇ, ਫਿਰ ਬੇੜਾ ਡੁੱਬਦਾ ਏ। ਭਰ ਸਰਵਰ ਭਰ ਗਿਆ ਬੇੜਾ ਪਾਪਾਂ ਦੇ ਨਾਲ। ਅਕਸਰ ਕਹਿੰਦੇ ਨੇ ਹੁਣ ਬੇੜੀ ਭਰ ਗਈ, ਪਾਪਾਂ ਨਾਲ ਡੁੱਬਣੀ ਏ। ਜਦੋਂ ਕੋਈ ਬੰਦਾ ਬੇਈਮਾਨੀਆਂ, ਚੁਗਲੀਆਂ ਕਰੇ ਨਾ, ਵਕੀਲੀਆਂ ਕਰੇ, ਫਿਰ ਦੁਨੀਆ ਕੋਈ ਇਹੀ ਦੇਖਣਾ ਹੁੰਦਾ ਏ। ਬੰਦੇ ਤੇ ਬੋਲ ਹੁੰਦਾ ਏ, ਪਤਾ ਲੱਗੂ ਜਦੋਂ ਡੁੱਬੇਗਾ। ਜਦੋਂ ਡੁੱਬਦਾ ਫਿਰ ਸਾਰੇ ਕਹਿੰਦੇ ਨੇ ਅੱਜ ਡੁੱਬਦੀ ਬੇੜੀ, ਸਾਰੇ ਦੇਖੋ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ। ਜਾਂ ਸਮੁੰਦਰ ਭਰ ਗਿਆ ਏ, ਫਿਰ ਬੇੜਾ ਡੱਕੇ ਡੋਲੇ ਖਾਂਦਾ ਏ ਜੀਵਨ ਦਾ। ਤਬ ਤਰਨ ਦੁਹੀਲਾ, ਫਿਰ ਤਰਨਾ ਬੜਾ ਔਖਾ ਏ, ਫਿਰ ਬਚਣਾ ਬੜਾ ਔਖਾ ਏ। ਅੱਜ ਦੇਖਦੇ ਹਾਂ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਕੇ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ। ਨਗਰਾਂ ਦੇ ਨਗਰ,
गिणती नहीं हो सकती। एक एक दिन दे विच कईयां नगरां तो खबरां आउंदियां ने, वड्डी गिणती दे अंदर नौजवान नशा के शिकार होकर जिंदगियां तबाह हो रही ने, मौत हो रही है, आए दिन हो रहे हैं। इसलिए पातशाह कहते नहीं, पर सरवर जब उछलै तब तरन दुहीला। फिर तरना बड़ा औखा है, फिर नहीं तरिया जाना। इसनूं पातशाह कहते नहीं, खूजत सुनिए सोए, साध संगत बिन तरिया ना कोई। ते सासी साधु दी संगत तो बिना पातशाह कहते संसार भवजल तरिया नहीं जाना। ते साध संगत जी साडे एक महान महापुरुष संत बाबा विचारदास जी नांगी साधु आया करते सी, वो बचन करया करते सन, सत संगत वाजों डी तरिया भव सागर नहीं जाना। सत संगत वाजों दे तरिया भव सागर नहीं जाना। एक दिल दे प्रेम बिना भावें लख कुरुक्षेत्र नाइए। एक दिल दे प्रेम बिना भावें लख कुरुक्षेत्र नाइए। बह के बिच जंगलां दे, बह के बिच जंगलां दे, भावें लखां ताड़ियां लाइए। इन्हां फूकियां करमां ने, इन्हां फूकियां करमां ने, मुकत दा रस्ता नहीं दिखाउणा। सत संगत वाजों जे तरिया भव सागर नहीं जाना। इन्हां फूकियां करमां ने, इन्हां फूकियां करमां ने, मोक्ष दा रास्ता नहीं दिखाउणा। सत संगत वाजों जे तरिया भव सागर नहीं जाना। अगे पातशाह बचन करते ने, मिलदी सत संगत चों, मिलदी सत संगत चों, प्यारिओ नाम जपण दे जुगते। प्यारिओ नाम जपण दे जुगते, जुगती दी पायां ते, जुगती दी पायां ते, मिलदी परम परापत मुक्ते। मुक्ति पद पाए बिना, मुक्ति पद पाए बिना, निसफल जानो जगत विच आउणा। मुक्ति पद पाई बिना, निसफल जानो जगत विच आउणा। सत संगत वाजों दे तरिया भव सागर नहीं जाना। सत संगत वाजों दे तरिया भव सागर नहीं जाना। इसलिए साहब सतगुरु फरीद जी बचन करते ने, पर सरवर जब उछलै तब तरन दुहीला। बेड़ा बंध न सकिऊ बंधन की बेला। जब समा से, जब शरीर नरूआ से, जब सेवा दी करन लैक सी, उदों सेवा नहीं कीती। ते पातशाह कहंदे ने, रैन गवाई सोए के, दिवस गवाया खाई, हीरे जैसा जन्म है कौडी बदले जाए। पर सरवर जब उछलै तब तरन दुहीला। पापा ना भर गया बेड़ा, हुण ते तरना बड़ा औखा। हथ न लाए को संभड़ा, जल जासी ढूला। पातशाह कहते ने, तृष्णा दी अग नूं हथ पाएगा सड़ जाएगा। ये गल पक्की है कि अग नूं हथ पाइए तो सड़ना ही आ। इसलिए पातशाह कहते दुनिया की वडियाई अगे सेती जाल। ये दुनिया के अंदर जिन्होंने पातशाह कहते माया मद माता मरना चीत ना आवे। जिन्होंने परमेश्वर हदों वध माया शोहरत बख्श दिंदा है कि आप अज देखते हैं कतलो गारत हो रही है, बंदे नूं बंदा ही नहीं समझदा बंदा। इसलिए सह बचन करते हैं, हथ न लाई को संभड़, अग्नि नूं हथ लाएगा सड़ जाएगा। जल जासी ढूला, इसलिए झूठी दुनिया की शोहरतों पदार्थों की तृष्णा रूपी अग तो बच के रह। सतगुर की संगत करया कर, तेरा मन शांत हो जाए, सेवा में लग जाए, जीवन सफल हो जाए।
हथ न लाई कुसंबड़ै जासी टूला, एक आपी ने पतली सह कीरी बूला। एक गुरमुख सतसंगी ने जिन्हां नूं सतगुर दी बचनां ते विश्वास है, सतगुर दे चरणों का प्यार है, प्रेम है, भावना है, वो कदम कदम चरण सरन गुर एक पेंडा डाए चल, सतगुर कूट पेंडा आगी हुई लीत है। एक बार सतगुर मंत्र सिमरन मात्र सिमरन, ताही बारंबार गुर हित है। भावनी भगत पाई कौडी अगर भाग राखी, ताही गुर सर्व निधान दान दीत है। सतगुर दया निध महिमा अगाध बूध, नमो 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 नीत 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 है। अज जिन्हां सतसंगियां दी गुरमुखां दी हिरदे अंदर, गुरसिखां दे हिरदे अंदर सतगुरां दा प्रेम है, वो कदम कदम सतगुर की याद में चलते हैं तो सवास सवास बाणी हिरदे विच वसाउंदे ने, ते एक मन हो के जदों सतगुर का शब्द जपदे ने ते प्रीत लग जाती है, प्रेम बनाउंदा है, रस प्राप्त हुंदा है। श्रद्धा भावना की कीती हुई किरत कमाई विचों दसवंध भेटा करते हैं तो जीवन दीयां खुशियां लैंदे ने। सतगुर दया दे समुंदर 9 खजाने 9 निधियां 18 सिद्धियां बख्शदे ने। इसलिए सतगुरु फरीद जी वचन करते हैं, एक आपी ने पतली सैकीरी बूला। एक ते गुरमुख सतसंगे सतसंगत दी विच आ करके सतगुर दी बाणी हिरदे विच वसाउंदे आ, सवास सवास जपदे आ सतनाम वाहिगुरू, ते सेवा करके इस तन नूं सफला करदे ने। मन बेचै सतगुर कै पास, ते सेवके कारज रास। सतगुर दे चरणां दी आनंद नूं माणदे ने। एक आपी ने पतली संसार वालों मत पतली कर लेंदे ने, भाव संसार वाल बहुता ख्याल नहीं दिंदे, निरंकार दे चरणों में ख्याल रखते हैं। ध्यान सतगुर के चरणों में रख, जिसनूं पातशाह कहने ध्यानन मैं ध्यान गुर, ज्ञानन मैं ज्ञान गुर, सगल धर्म मैं गृहस्थ प्रधान है। गृहस्थ में रहिंदे हुए सतगुर की सेवा, सतगुर का सिमरन जीवन सफल कर जाते हैं। इसलिए साहब सतगुरु फरीद जी महाराज बचन करते हैं, एक आपी ने पतले सहकीरी बूला, दुद्धा थणी न आवई फिर हुई न मिला। दुद्धा थणी न आवई फिर हुई न मिला। जिमें मੱਝ ਗਾਂ ਜਦੋਂ ਚੋ ਲਈਏ ना, ਦੁੱਧ एक बारी ਥਣਾ ਵਿੱਚੋਂ ਕੱਢ ਲਈ, ਮੁੜ ਕੇ ਥਣਾ ਵਿੱਚ ਨਹੀਂ ਜਾਂਦਾ, ਪੈਂਦਾ नहीं। इसे तरह ये ਜਿਹੜੇ ਸਰੀਰ ਵਿੱਚੋਂ ਤਨ ਵਿੱਚੋਂ ਬਖਸ਼ੇ ਹੋਏ ਸਵਾਸ ਨਿਕਲ ਜਾਣੇ ਆ, ਉਹ ਫਿਰ ਮੁੜ ਕੇ ਨਹੀਂ ਪ੍ਰਾਪਤ ਹੋਣੇ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਨੂੰ ਅਸੀਂ ਆਲਸ ਕਰਦੇ ਹਾਂ, ਅੰਮ੍ਰਿਤ ਵੇਲਾ ਸੰਭਾਲਣ ਨੂੰ ਕਹਿੰਦੇ ਆ ਹੋਰ ਆਰਾਮ ਕਰ ਲਈਏ, सेवा करन लई कहने गर्मी बड़ी आ ठंड बड़ी आ फिर कर लांगे, तो समा बीत जाता है। इसलिए पातशाह बचन करते ने, दुद्धा थणी ना आवे फिर हुई ना मिला। जिमें दुद्धा थणा विचों निकलिया दुध मुड़ के थणा विच वापस नहीं जाता, इस तरह तन विचों जिहड़ा समा बीत गया, सवास बीत गए, वो मुड़ के हथ नहीं आने। गड्ढ के आखू सतनाम श्री गुरु। इसलिए पातशाह कहते नहीं, फरीदा जंगल जंगल क्या पवन, बन कंडा मूड़ै, वसी रब हियाली है बाहर क्या ढूंढै। परमेश्वर परम पिता अंदर है, उसनूं खोजना कर। इसलिए दुद्धा थणी ना आवई फिर हुई ना मिला। जदों जीवन बीत गया फिर तो कुछ हथ नहीं आना है। खेती फरीदा छप्पड़ ढूंढे क्या थूवै, चिक्कड़ डुबे हाथ। छप्पड़ विच हथ मारिया तो चिक्कड़ गारा ही हत्थां च आउणा है। ते जिमें सतगुरु फरीद जी दे बचन ने, फरीदा लूड़ी दाख बिजौरियां, किकर बीजै जट। जिमींदार ने बीजा ती सत्संगत दी किकरां ने
ਤੇ ਲੱਭਦਾ ਉੱਥੋਂ ਦਾਖਾਂ ਤੇ ਬਜੌਰੀ ਮੇਵੇ ਲੱਭਦਾ ਫਿਰੇ, ਕਿੱਥੋਂ ਪ੍ਰਾਪਤ ਹੋਣਗੇ। ਫਰੀਦਾ ਲੂੜੈਂ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਕਿੱਕਰਾਂ ਤੇ ਤੁੱਕੇ ਲੱਗਣੇ ਨੇ। ਇਸ ਲਈ ਕਰਮ ਭੈੜੇ ਕੀਤੇ ਨੇ, ਫਲ ਲੱਭਦੇ ਹਾਂ ਅਸੀਂ ਪਰਮੇਸ਼ਰ ਦੇ ਚਰਨਾਂ ਦਾ ਆਨੰਦ। ਹੰਡੈ ਉੱਨ ਕੰਤਾਂ ਦਾ ਪੈਦਾ ਲੂੜੀ ਪੱਟ, ਹੰਡੈ ਉੱਨ ਕੰਤਾਂ ਦਾ, ਕੱਤ ਦਾ ਸੂਤ ਫਿਰਦਾ ਏ, ਪਹਿਨਣਾ ਰੇਸ਼ਮ ਚਾਹੁੰਦਾ ਏ। ਇਸ ਲਈ ਸਤਿਗੁਰੂ ਫਰੀਦ ਜੀ ਬਚਨ ਕਰਦੇ ਨੇ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਹਿ ਕਬੀਰ ਕਹਿ ਫਰੀਦ ਸਹੇਲੀਓ, ਕਹਿ ਫਰੀਦ ਸਹੇਲੀਓ, ਸੌ ਅਲਾਏ ਸੇ, ਕਹਿ ਫਰੀਦ ਸਹੇਲੀਓ ਸੌ ਅਲਾਏ ਸੀ। ਸਾਹਿਬ ਸਤਿਗੁਰੂ ਸ਼ੇਖ ਫਰੀਦ ਜੀ ਪਾਤਸ਼ਾਹ ਬਚਨ ਕਰਦੇ ਨੇ, ਜਦੋਂ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਨੇ ਫਿਰ ਆਪਣੇ ਧਰਮਰਾਜ ਨੂੰ ਕਹਿਣਾ ਬਈ ਲਿਆ ਲੇਖਾ ਦੇਖੀਏ, ਫਿਰ ਧਰਮਰਾਜ ਨੇ ਆਪਣੇ ਦੂਤ ਭੇਜ ਕੇ ਜਦੋਂ ਇਸ ਆਤਮਾ ਨੂੰ ਹੰਸ ਨੂੰ ਲੈ ਜਾਣਾ ਹੈ, ਫਿਰ ਪਾਤਸ਼ਾਹ ਹੰਸ ਚੱਲ ਸੀ ਡੋਮਣਾ, ਇਹ ਜੀਵ ਆਤਮਾ ਰੂਪੀ ਹੰਸ ਦੁਖੀ ਹੋਇਆ। ਫਿਰ ਕਹਿੰਦੇ ਚਿੱਤਰ ਗੁਪਤ ਜਮਦੂਤਾਂ ਦੇ ਸਾਹਮਣੇ ਮੋਹਰੇ ਚੀਕਾਂ ਮਾਰਦਾ ਜਾਂਦਾ ਏ, ਤੜਫਦਾ ਜਾਂਦਾ ਏ। ਹੰਸ ਚੱਲ ਸੀ ਡੋਮਣਾ, ਇਹ ਤਨ ਢੇਰੀ ਠੀਸੀ। ਆਤਮਾ ਜਿਹੜੀ ਹੰਸ ਰੂਪ ਉਸਨੂੰ ਤੇ ਜਮਦੂਤਾਂ ਨੇ, ਧਰਮਰਾਜ ਜੀ ਦੀ ਜਮਦੂਤਾਂ ਨੇ ਅੱਗੇ ਲਾ ਲਿਆ ਡੰਡੇ ਲਾ ਕੇ, ਫਿਰ ਆਤਮਾ ਚੀਕਾਂ ਮਾਰਦੀ ਜਾਂਦੀ ਏ। ਇਹ ਤਨ ਢੇਰੀ ਸੀ, ਇਹ ਜਿਹੜਾ ਸਰੀਰ ਏ, ਇਹ ਆਪਾਂ ਕਹਿੰਦੇ ਵੀ ਬਾਬਾ ਬੋਲਤੇ ਤੇ ਕਹਾਂ ਗਏ, ਹੁਣੇ ਬੋਲਦੇ ਸੀ, ਤਨ ਢੇਰੀ ਹੋ ਗਿਆ, ਮਿੱਟੀ ਹੋ ਗਿਆ। ਇਸੇ ਨੂੰ ਸਾਹਿਬ ਬਚਨ ਕਰਦੇ ਨੇ, ਜਿਤ ਚਿਰ ਵਸਿਆ ਕੰਤ ਕਾਰੂ, ਜਿੰਨਾ ਚਿਰ ਪਤੀ ਪਰਮੇਸ਼ਰ ਪਰਮਾਤਮਾ ਆਤਮਾ ਦੇ ਰੂਪ ਵਿਰਾਜਮਾਨ ਹੈ। ਜੀਉ ਜੀਉ ਸਭ ਕਹਾਤ, ਸਾਰੇ ਜੀਉ ਜੀ ਆਖਦੇ ਨੇ, ਬਾਬਾ ਜੀ, ਤਾਇਆ ਜੀ, ਚਾਚਾ ਜੀ, ਮਾਮੀ ਜੀ, ਮਾਸੀ ਜੀ, ਸਾਰੇ ਕਹਿੰਦੇ ਨੇ। ਜਾਂ ਉੱਠੀ ਚਲਸੀ ਕੰਤੜਾ, ਤੇਰੀ ਕੋਈ ਨਾ ਪੁੱਛੈ ਬਾਤ। ਜਦੋਂ ਅੰਦਰੋਂ ਪਤੀ ਪਰਮੇਸ਼ਰ ਆਤਮਾ ਰੂਹ ਨਿਕਲ ਜਾਂਦੀ ਏ, ਫਿਰ ਕਿਹਨੇ ਪੁੱਛਣਾ ਏ, ਮਾਸੀ ਫੁੱਫੜ ਪਿਤਾ ਦਾਦੀ ਕਿਹਨੇ ਕਹਿਣਾ ਏ। ਇਸ ਲਈ ਸਾਹਿਬ ਦੇ ਬਚਨ ਨੇ, ਜਿਚਰ ਵਸਿਆ ਕੰਤ ਕਰ ਜੀਉ ਜੀਉ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਤੇਰੀ ਕੋਈ ਨਾ ਪੁੱਛੈ ਬਾਤ। ਤਿਚਰ ਵਸੈ ਸੋਈ ਲੜੀ, ਜਿਚਰ ਸਾਥੀ ਨਾਲ। ਜਿੰਨੀ ਚਿਰ ਆਤਮਾ ਰੂਪੀ ਹੰਸ ਨਾਲ ਆ, ਉਨਾ ਚਿਰ ਇਹ ਸਰੀਰ ਸੋਹਣਾ ਲੱਗਦਾ ਏ, ਲਪਟਾਂ ਮਾਰਦਾ ਏ, ਮਿੱਠੇ ਮਿੱਠੇ ਬਚਨ ਬੋਲਦਾ ਏ, ਤੇ ਆਪਣੀ ਤਾਕਤ ਦਾ ਬਲ ਦਿਖਾਉਂਦਾ ਏ। ਤਿਚਰ ਵਸਾਂ ਸੋਈ ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਜਦੋਂ ਵਿੱਚੋਂ ਆਤਮਾ ਸਾਥੀ ਨਿਕਲ ਗਿਆ, ਫਿਰ ਤਾਂ ਖਾਕ 'ਚ ਰਲ ਜਾਣਾ ਏ। ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਊ, ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਊ। ਧਨ ਸੁ ਤੇਰਾ ਥਾਨ, ਧਨ ਸੁ ਤੇਰਾ ਥਾਨ। ਉਹ ਸਰੀਰ ਥਾਨ ਧਨਤਾ ਜੋਗੇ, ਜਿੱਥੇ ਪਰਮੇਸ਼ਰ ਤੂੰ ਵਸਦਾ ਏ, ਜਿੱਥੇ ਤੂੰ ਪ੍ਰਗਟ ਹੋ ਗਿਆ। ਇਸ ਲਈ ਸਾਧ ਸੰਗਤ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਬਹੀਲਾ। ਸਾਹਿਬ ਬਚਨ ਕਰਦੇ ਨੇ, ਸੇਵਾ ਸਿਮਰਨ ਦਾ ਬੇੜਾ ਬੰਨ ਲੈ, ਇਸ ਸੰਸਾਰ ਤੋਂ ਤੈਨੂੰ ਤਰਨਾ ਸੌਖਾ ਹੋ ਜਾਊਗਾ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੀਲਾ। ਜਬ ਸਮੁੰਦਰ ਭਰ ਜਾਣਾ ਏ, ਫਿਰ ਕਹਿੰਦੇ ਤੈਨੂੰ ਤਰਨਾ ਸੌਖਾ ਹੋ ਜਾਊਗਾ, ਕਿਉਂਕਿ ਤਰੀਏ ਚਰਣੀ ਲੱਗ। ਸਤਿਗੁਰ ਦੇ ਚਰਨਾਂ ਨਾਲ ਲੱਗ ਕੇ ਇਹ ਸੰਸਾਰ ਤਰਿਆ ਜਾਣਾ ਹੈ। ਇਸ ਲਈ ਸਾਹਿਬ ਬਚਨ ਕਰਦੇ ਨੇ, ਹੱਥ ਨ ਲਾਈ ਕੁਸੰਬੜੈ, ਜਤ ਜਲ ਜਾਸੀ ਢੂਲਾ। ਹਉਮੈ ਦੀ ਅੱਗ, ਤ੍ਰਿਸ਼ਨਾ ਦੀ ਅੱਗ ਸਾੜ ਦੇਵੇਗੀ, ਇਹਨਾਂ ਤੋਂ ਬਚਣਾ ਹੈ। ਇਸ ਲਈ ਤੇਰਾ ਏਕੋ ਨਾਮ ਮਡੇਠੜਾ, ਰੱਤਾ ਮੇਰਾ ਚੂੜਾ ਸਦ ਰੰਗ ਢੂਲਾ।
परमेश्वर का इक्को नाम मजीठा पक्का रंगिया, जिहदे अंदर तन रूपी चोला रंगिया जाना है। उसे नूं गुरदेव कहंदे ने, रंगण वालिया रंगीला मेरा मन रंग दे, रंगण वालिया रंगीला मेरा मन रंग दे, मेरा मन रंग दे, मेरा तन रंग दे, रंगण वालिया रंगीला मेरा रंग मन रंग दे। ਸਾਹਿਬ ਦੇ ਬਚਨ ਹਨ, ਕਾਇਆ ਰੰਗਣ ਜੇਤੀਏ ਪਿਆਰੇ ਪਾਈਐ ਨਾਉ ਮੰਡੀਠ। ਜੇ ਤਨ ਰੂਪੀ ਚੋਲੇ ਨੂੰ ਰੰਗਣਾ ਏ ਤੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਮਿੱਟੀ ਬਣਾ ਕੇ ਨਾ, ਬਰਤਨ ਬਣਾ ਕੇ ਦੇ ਵਿੱਚ ਸਤਿਗੁਰ ਦੇ ਨਾਮ ਰੂਪੀ ਰੰਗ ਦਾ ਪੱਕਾ ਨਾਮ ਰੂਪੀ ਰੰਗ ਪਾਉਣਾ ਕਰ। ਕਾਇਆ ਰੰਗਣ ਜੇਤੀਏ ਪਿਆਰੇ ਪਾਈਐ ਨਾਉ ਮੰਡੀਠ, ਨਾਮ ਰੂਪੀ ਪੱਕਾ ਰੰਗ ਪਾਉਣਾ ਕਰੀਏ। ਸਿਮਰਨ ਰੂਪੀ ਰੰਗ, ਸੇਵਾ ਰੂਪੀ ਪਾਣੀ। ਕਾਇਆ ਰੰਗਣ ਜੇਤੀਏ ਪਿਆਰੀ ਪਾਈਐ ਨਾਉ ਮੰਡੀਠ, ਰੰਗਣ ਵਾਲਾ ਡੇ ਰੰਗੀ ਸਾਹਿਬ। ਜੀ ਰੰਗਣ ਵਾਲਾ ਬ੍ਰਹਮ ਸੂਤਰੀ ਬ੍ਰਹਮਨਿਸ਼ਟੀ ਗੁਰੂ ਮਿਲਦਾ ਏ। ਰੰਗਣ ਵਾਲਾ ਡੇ ਰੰਗੀ ਸਾਹਿਬ, ਐਸਾ ਰੰਗ ਨਾ ਡੀਠ, ਫਿਰ ਐਸਾ ਰੰਗ ਚੜ੍ਹਦਾ ਏ। ਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਦੀ ਦੇਖਿਆ ਹੀ ਨਾ ਹੋਵੇ। ਆਪਾਂ ਕਹਿੰਦੇ ਵੀ ਬੰਦਾ ਤਾਂ ਉਹੀ ਸੀ, ਪਰ ਗੁਰੂ ਕੀ ਸੰਗਤ ਕੀਤੀ ਏ। ਅੱਜ ਮਨ ਕਰਦਾ ਏ ਇਹਦੇ ਕੋਲੋਂ ਬਚਨ ਸੁਣਦੇ ਰਹੀਏ, ਮਨ ਕਰਦਾ ਇਹਦੇ ਕੋਲ ਬੈਠੇ ਰਹੀਏ। ਇਸੇ ਲਈ ਪਾਈਐ ਨਾਉ ਮੰਡੀਠ, ਰੰਗਣ ਵਾਲਾ ਡੀ ਰੰਗੀ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੇ ਪਾਸ, ਜਿਨ੍ਹਾਂ ਦੇ ਤਨ ਰੂਪੀ ਚੋਲੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਰੰਗੇ ਗਏ ਨੇ, ਰੱਬ ਉਹਨਾਂ ਦੇ ਕੋਲੇ ਰਹਿੰਦਾ ਹੈ। ਕੰਤ ਤਿੰਨਾ ਕੀ ਪਾਸ, ਧੂੜ ਤਿੰਨਾ ਕੀ ਦੀ ਮਿਲੇ ਦੇ, ਕਹੋ ਨਾਨਕ ਕੀ ਅਰਦਾਸ। ਇਸ ਲਈ ਪਰਮੇਸ਼ਰ ਤੇਰੇ ਪਿਆਰਿਆਂ ਦੀ ਜੇ ਚਰਨਾਂ ਦੀ ਧੂੜ ਮਿਲ ਜਾਏ, ਰਸਨਾ ਤੋਂ ਰੱਬੀ ਬਾਣੀ ਦਾ ਪਿਆਰ ਮਿਲ ਜਾਏ, ਆਸ਼ੀਰਵਾਦ ਮਿਲ ਜਾਏ, ਤੇ ਆਨੰਦ ਆ ਜਾਏਗਾ, ਰਸ ਆ ਜਾਏਗਾ। ਰੰਗਣ ਵਾਲਾ ਡੀ ਰੰਗੀ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਝੋਲੇ ਰਤੜੀ ਪਿਆਰੇ ਕੰਤ ਤਿੰਨਾ ਕੀ ਪਾ, ਧੂੜ ਤਿੰਨਾ ਕੀ ਦੀ ਮਿਲ ਡੀ, ਕਹੋ ਨਾਨਕ ਕੀ ਅਰਦਾਸ। ਜੀ ਪਿਆਰਿਆਂ ਦੀ ਪਰਮੇਸ਼ਰ ਚਰਨਾਂ ਦੀ ਧੂੜੀ ਮਿਲ ਜਾਏ, ਰਸਨਾ ਦੀ ਬਾਣੀ ਦਾ ਆਨੰਦ ਮਿਲ ਜਾਏ, ਫਿਰ ਸਮਝਾਂਗੇ ਜੀਵਨ ਸਫਲ ਹੋ ਗਿਆ, ਅਰਦਾਸ ਪੂਰੀ ਹੋ ਗਈ। ਧੂੜ ਤਿੰਨਾ ਕੀ ਦੇ ਮਿਲ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਡੀ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਜੀਵ ਰੂਪ ਕਾਮਣ ਇਸਤਰੀ ਜੇ ਪਤੀ ਪਰਮੇਸ਼ਰ ਨੂੰ ਭਾੜਿਆ ਤੇ ਆਪੇ ਹੀ ਆਪਣੇ ਨਾਮ ਦਾ ਰੰਗ, ਸੇਵਾ ਦਾ ਰੰਗ ਚਾੜ ਦਿੰਦਾ ਹੈ। ਇਸ ਲਈ ਸਾਧ ਸੰਗਤ ਜੀ ਆਪਾਂ ਉਦਮ ਕਰੀਏ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪਹੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਾਰੀਆਂ ਚਿੰਤਾਂ ਉਤਰ ਜਾਣਗੀਆਂ। ਇਸ ਲਈ ਸਾਧ ਸੰਗਤ ਜੀ ਬੇਲਾ ਬਖਤ ਵਿਚਾਰੀਏ ਤਾਂ ਕਿਤ ਬੇਲਾ ਭਗਤ ਹੋਏ। ਜੇ ਸਮਾਂ ਹੀ ਲੱਭਦੇ ਰਹੇ ਤੇ ਸਮਾਂ ਤਾਂ ਸਾਰਾ ਹੀ ਉਸ ਪਰਮੇਸ਼ਰ ਦਾ। ਜਦੋਂ ਵਕਤ ਮਿਲੇ, ਜਦੋਂ ਸਮਾਂ ਮਿਲੇ, ਪਰਮੇਸ਼ਰ ਦੀ ਯਾਦ ਦੇ ਅੰਦਰ ਜੁੜਨਾ ਕਰੀਏ। ਹਰ ਜਪਦਿਆਂ ਅੱਖਰਾਂ ਢਿੱਲ ਨਾ ਕੀਦਿਆ ਮੇਰੀ ਜਿੰਦੜੀ, ਮਤ ਜਪ ਐਸਾ ਆਵੇ ਕਹਿਣਾ। ਇਸ ਤਰ੍ਹਾਂ ਸਾਹਿਬ ਸਤਿਗੁਰੂ ਸੇਖ ਫਰੀਦ ਜੀ ਸਾਧ ਸੰਗਤ ਜੀ ਪਿੰਡ ਤੇਂਗ ਦੀ ਧਰਤੀ 'ਤੇ, ਜਿੱਥੇ ਸਤਿਗੁਰਾਂ ਦੇ ਪਵਿੱਤਰ ਸਥਾਨ ਨੇ, ਵੱਡਾ ਸਮਾਂ ਮਨੁੱਖਾ ਸਰੀਰ ਅੰਦਰ ਇਸ ਤਨ ਰੂਪੀ ਭਾਂਡੇ ਦੇ ਅੰਦਰ ਸਤਿਗੁਰਾਂ ਨੇ ਮਨੁੱਖਤਾ ਨੂੰ ਸੱਚਾ ਸੁੱਚਾ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ। ਅਤੇ ਅੱਜ ਉਸ ਧਰਤੀ ਨੂੰ ਸੰਗਤਾਂ ਨਤਮਤ ਹੁੰਦੀਆਂ ਨੇ। ਅਤੇ ਅੱਡ ਵੀ ਸਤਿਗੁਰੂ ਫਰੀਦ ਜੀ ਮਹਾਰਾਜ ਇਹਨਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਅਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ, ਵੇਲੇ ਅੰਮ੍ਰਿਤ ਤੇ ਰਸ ਭਰੀ ਬਾਣੀ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਬਸ ਉਹੀ ਸਰੋਵਰ ਲੱਭ ਲਓ, ਜਿੱਥੋਂ ਵਸਤੂ ਲੱਭਣੀ ਏ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੋਬੇ ਹੱਥ, ਬੱਗਾ ਬੱਗੇ ਕੱਪੜੇ ਬੱਗੇ ਨਾ ਕਈਆਂ, ਤੀਰਥ ਮੰਦ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਈਆਂ। ਦੇਖਣ ਨੂੰ ਤੇ ਸਾਧ ਸੰਗਤ ਦੀ ਬਗਲੇ ਵੀ ਹੰਸਾਂ ਵਰਗੇ ਹੋਇਆ ਕਰਦੇ ਨੇ, ਪਰ ਵਰਦੀ ਪਾ ਕੇ ਕੋਈ ਸਾਧ ਸੰਗਤ ਦੀ ਕਰਨ ਨਾਲ ਨਹੀਂ ਬਣ ਜਾਂਦਾ, ਵਰਦੀ ਪਾ ਕੇ ਕੋਈ ਰੱਬ ਨਹੀਂ ਬਣ ਜਾਂਦਾ। ਇਸ ਲਈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਹੰਸ ਦੀ ਸਾਧ ਸੰਗਤ ਦੀ
ਜੀਵਨ ਦੀ ਤਰਕ ਕਿ 12 ਸਾਲ ਮਾਨਸਰੋਵਰ ਤੇ ਰਹਿ ਕੇ ਮੋਤੀ ਚੁਗਦਾ ਹੈ, ਫਿਰ ਇੱਕ ਰਤਨ ਗੋਲਾ ਛੱਦਾ ਹੈ। ਇਵੇਂ ਗੁਰਸਿੱਖ ਗੁਰਮੁਖ ਸਤਸੰਗੀ ਸਤਿਗੁਰ ਦੇ ਚਰਨਾਂ ਅੰਦਰ ਜਿਨ੍ਹਾਂ ਨੇ ਜੀਵਨ ਦੇ ਅੰਦਰ ਘਾਲ ਕਮਾਈ ਕੀਤੀ ਹੈ, ਗੁਰੂ ਕੀ ਸੇਵਾ ਕਮਾਈ ਹੈ, ਸਾਧ ਸੰਗਤ ਜੀ, ਫਿਰ ਉਹ ਅੱਜ ਦੁਨੀਆ 'ਤੇ ਰੌਸ਼ਨ ਚਿਰਾਗ ਨੇ। ਅੱਜ ਸਾਧ ਸੰਗਤ ਜੀ, ਅੱਜ ਦੁਨੀਆ 'ਤੇ ਉਹਨਾਂ ਦੇ ਬਚਨ ਚਾਨਣ ਮੁਰਾਰਾਂ ਨੇ, ਰੌਸ਼ਨੀ ਨੇ, ਪ੍ਰਕਾਸ਼ ਨੇ, ਗਿਆਨ ਨੇ, ਵਿਚਾਰ ਨੇ। ਤਾਂ ਸਾਧ ਸੰਗਤ ਜੀ, ਅੱਜ ਆਪਾਂ ਵੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਜੁੜ ਕਰਕੇ ਸਾਹਿਬ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਕਰਕੇ ਸੁਣਿਆ, ਮੰਨਿਆ, ਮਨ ਕੀਤਾ ਪਾਉ, ਪ੍ਰੇਮਾ ਭਗਤੀ ਸਹਿਤ ਅੰਤਰਗਤ ਤੀਰਥ ਮਲਣਾ, ਅੰਤਰ ਆਤਮੇ ਦੇ ਅੰਦਰ ਮਨ ਦਾ ਇਸ਼ਨਾਨ ਕਰਾਉਣਾ ਹੈ। ਇਸ ਨੂੰ ਪਾਤਸ਼ਾਹ ਕਹਿੰਦੇ ਨੇ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ ਰੰਗ। ਸਦਾ ਹੀ ਉਸ ਪਰਮੇਸ਼ਰ ਦੇ ਚਰਨਾਂ ਦਾ ਰੰਗ ਮਾਣਿਆ ਕਰ, ਆਨੰਦ ਲਿਆ ਕਰ, ਰਸ ਲਿਆ ਕਰ। ਇਸ ਲਈ ਇਹ ਰਸ ਛੱਡੈ ਉਹ ਰਸ ਆਵਾ, ਉਹ ਰਸ ਪੀਆ ਫਿਰ ਇਹ ਰਸ ਨਹੀਂ ਪਾਵਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਨਿਰਣਾ ਦੀ ਦਿੱਤਾ, ਜਿਨ ਪੀਆ ਸਾਰ ਰਸ ਤਦੇ ਆਨ ਰਸ। ਜਿਨ੍ਹਾਂ ਨੇ ਪੀ ਲਿਆ ਪਰਮੇਸ਼ਰ ਦੇ ਚਰਨਾਂ ਦਾ ਰਸ, ਸੇਵਾ ਸਿਮਰਨ ਦਾ ਰਸ, ਉਹਨਾਂ ਨੂੰ ਫਿਰ ਦੁਨੀਆ ਦੇ ਝੂਠੇ ਰਸ ਭੁੱਲ ਜਾਂਦੇ ਨੇ, ਵਿਸਰ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਜਿਨ ਪੀਆ ਸਾਰ ਰਸ ਤਦੇ ਆਨ ਰਸ, ਹੋਏ ਰਸ ਮਗਨ ਡਾਰੀ ਬਿਖ ਹੋਏ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ। ਪਰਮੇਸ਼ਰ ਦੇ ਪਿਆਰਿਆਂ ਦੇ ਬਰਾਬਰ ਨਾ ਦੁਨੀਆ ਦਾ ਕੋਈ ਗੁਣੀ ਗਿਆਨੀ ਹੋ ਸਕਦਾ ਹੈ, ਨਾ ਦੁਨੀਆ ਦਾ ਚੱਕਰਵਰਤੀ ਰਾਜਾ ਹੋ ਸਕਦਾ ਹੈ, ਨਾ ਦੁਨੀਆ ਦਾ ਬਲਵਾਨ। ਇਸ ਲਈ ਭਗਤ ਬਰਾਬਰ ਔਰ ਨਾ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਨਾਮ ਰਹਿਉ ਸਾਧੂ ਰਹਿਉ, ਰਹਿਉ ਗੁਰ ਗੋਬਿੰਦ, ਕਹੋ ਨਾਨਕੀ ਜਗਤ ਮੈਂ ਕਿਨ ਜਪਿਓ ਗੁਰਮਤਿ। ਸੋ ਸਾਧ ਸੰਗਤ ਜੀ, ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰੂ ਕਿਰਪਾ ਕਰਨ ਜੁਰ ਕਰੋਮਾ ਮਹਾਂਮਾਰੀ ਫੈਲੀ ਹੈ। ਸ਼ਾਂਤੀ ਬਖਸ਼ਣ ਸੰਸਾਰ ਨੂੰ, ਵਿਸ਼ਵ ਨੂੰ ਇਸ ਭਿਆਨਕ ਬਿਮਾਰੀ ਦੇ ਰੋਗ ਤੋਂ ਸ਼ਾਂਤੀ ਬਖਸ਼ ਕਰਨ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਹਿ ਉਵਾਰ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਪਰਮੇਸ਼ਰ ਜਿਵੇਂ ਤੂੰ ਚਾਹੁੰਦਾ ਹੈ ਉਵੇਂ ਹੀ ਇਸ ਸੰਸਾਰ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਸੁੱਖਾਂ ਦਾ ਪ੍ਰਵੇਸ਼ ਕਰ। ਸੋ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।